ਦੇਸ਼ ਪ੍ਰਦੇਸ਼ ਦੇ ਸਾਰੇ ਦਰਸ਼ਕਾਂ ਦਾ ਸਿੱਖ ਚੈਨਲ ਦੇ ਉੱਤੇ ਅਤੇ ਹਾਰਦਿਕ ਸਵਾਗਤ ਹੈ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਸਾਡੇ ਸਾਥੀ ਬਲਵਿੰਦਰ ਸਿੰਘ ਜੀ ਲੋਕ ਅਧਿਕਾਰ ਲਹਿਰ ਤੋਂ ਤੇ ਨਾਲ ਦੀ ਨਾਲ ਡਾਕਟਰ ਗੁਰਕਵਾਲ ਸਿੰਘ ਜੀ ਕਾਲੋਂ, ਕਿਉਂਕਿ ਜੋ ਇਸ ਵੇਲੇ ਪੰਜਾਬ ਦੀ ਜਿਹੜੀ ਸਮੀਖਿਆ ਹੈ ਜਾਂ ਉਹਦੀ ਸਥਿਤੀ ਹੈ ਉਸ ਦੀ ਗੱਲਬਾਤ ਕਰਨ ਵਾਸਤੇ ਅੱਜ ਅਸੀਂ ਇਕੱਠੇ ਹੋਏ ਹਾਂ। ਔਰ ਸਾਨੂੰ ਪਤਾ ਹੈ ਕਿ ਦਿਨ ਬ ਦਿਨ ਪਲ ਪਲ ਜਿਹੜੀ ਪੰਜਾਬ ਦੀ ਸਥਿਤੀ ਆ ਉਹ ਬਦਲਦੀ ਨਜ਼ਰ ਆ ਰਹੀ ਹੈ। ਤੇ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਲਵਿੰਦਰ ਸਿੰਘ ਜੀ ਅਤੇ ਗੁਰਕਵਾਲ ਸਿੰਘ ਜੀ ਕਾਲੋਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਲਵਿੰਦਰ ਸਿੰਘ ਜੀ ਖਾਲਸਾ। ਹਾਂਜੀ, ਕਿਉਂਕਿ ਸਮਾਂ ਸਾਡੇ ਕੋਲ ਬੜਾ ਸੀਮਿਤ ਹੁੰਦਾ ਤੇ ਬਲਵਿੰਦਰ ਜੀ ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਦਾ ਕਿ ਇਸ ਵੇਲੇ ਜੋ ਪੰਜਾਬ ਦੀ ਜਿਹੜੀ ਸਥਿਤੀ ਹੈਗੀ ਆ, ਜਿਹੜੀ ਰਾਜਨੀਤਿਕ ਸਥਿਤੀ ਆ ਉਹ ਬੜੀ ਗੰਧਲੀ ਹੋ ਗਈ ਆ। ਜਿੱਦਾਂ ਕਹਿੰਦੇ ਦਿੱਲੀ ਦੇ ਵਿੱਚ ਬਹੁਤ ਧੁੰਦ ਨੇ ਘੇਰਾ ਪਾਇਆ ਹੁੰਦਾ ਕਿ ਦਰਸ਼ਕਾਂ ਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਹੈ। ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਇਸ ਸਥਿਤੀ ਦੇ ਵਿੱਚ ਤੁਹਾਡੀ ਵਿਚਾਰ ਕੀ ਨੇ, ਤੁਹਾਡਾ ਨੁਕਤਾ ਨਿਗਾਹ ਕੀ ਹੈ ਜੀ ਬਲਵਿੰਦਰ ਸਿੰਘ ਜੀ। ਦੇਖੋ ਵੀਰ ਜੀ, ਲੋਕ ਅਧਿਕਾਰ ਲਹਿਰ ਦਾ ਜਿਹੜਾ ਨੁਕਤਾ ਹੈ ਉਹ ਇਹੋ ਹੀ ਹੈ ਕਿ ਭ੍ਰਿਸ਼ਟ ਰਾਜਨੀਤਿਕ ਵਿਵਸਥਾ ਜਿਹੜੀ ਹੈ ਇਸ ਟਾਈਮ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮਤਲਬ ਪਸਰ ਚੁੱਕੀ ਹੈ। ਉਹਨੂੰ ਟੱਕਰ ਦੇਣ ਵਾਸਤੇ ਜਿਹੜਾ ਲੋਕਾਂ ਨੂੰ ਇਕੱਠੇ ਹੋਣਾ ਪਏਗਾ, ਕਿਉਂਕਿ ਅੱਜ ਪੰਜਾਬ ਦੀ ਰਾਜਨੀਤਿਕ ਵਿਵਸਥਾ ਇਹ ਹੈ ਕਿ ਜਿਸ ਤਰ੍ਹਾਂ ਇੱਕ ਅੱਖੋਂ ਵਾਂਝੇ ਬੰਦੇ ਦੇ ਪੈਰ ਥੱਲੇ ਬਟੇਰਾ ਆ ਗਿਆ ਸੀ ਤਾਂ ਸਾਰਿਆਂ ਨੇ ਝੋਲੀਆਂ ਬੰਨ ਲਈਆਂ ਕਿ ਮੇਰੇ ਪੈਰ ਥੱਲੇ ਵੀ ਬਟੇਰਾ ਆਏਗਾ। ਸੋ ਆਪਾਂ ਯਾਦ ਕਰੀਏ ਵੀ ਜਿਵੇਂ 8ਵੀਂ ਪਾਤਸ਼ਾਹੀ ਜਿਸ ਵੇਲੇ ਦਿੱਲੀ 'ਚ ਸੀ ਤੇ ਉਹਨਾਂ ਦੀ ਉਮਰ ਬਹੁਤ ਛੋਟੀ ਸੀ ਜਦੋਂ ਜੋਤੀ ਜੋਤ ਸਮਾ ਗਏ ਤੇ ਉਹ ਜਾਣ ਲੱਗੇ ਬਾਬੇ ਬਕਾਲੇ ਕਹਿ ਗਏ, ਤਾਂ ਉਸ ਵੇਲੇ 22 ਮੰਡੀਆਂ ਜਿਹੜੀਆਂ ਸੀਗੀਆਂ ਡੱਠ ਗਈਆਂ ਤੇ ਹਰ ਬੰਦੇ ਨੇ ਆਪਣੇ ਆਪ ਨੂੰ ਜਾਣੀ ਗੁਰੂ ਬਣਾ ਲਿਆ। ਤੇ ਅੱਜ ਪੰਜਾਬ ਦੀ ਹਾਲਤ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਹੈਗੀਆਂ ਉਹ ਵੰਨ ਸਵੰਨੇ ਲੋਕਾਂ ਦੇ ਨਾਲ ਵਾਅਦੇ ਕਰਕੇ ਲੋਕਾਂ ਨਾਲ ਛਲ ਕਰਨ ਲਈ ਇਹ ਦਾਅਵਾ ਕਰ ਰਹੀਆਂ ਕਿ ਅਸੀਂ ਪੰਜਾਬ ਨੂੰ ਜਿਹੜਾ ਹੈ ਉਹ ਬਚਾ ਲਵਾਂਗੇ। ਸੋ ਇਸ ਅਰਬਦ ਨਰਬਦ ਧੰਦੂਕਾਰੇ ਦੇ ਵਿੱਚ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਲੋਕ ਜਿਹੜੇ ਹੈਗੇ ਆ ਉਹ ਇਕੱਠੇ ਹੋਣ ਅਤੇ ਸਭ ਤੋਂ ਪਹਿਲਾਂ ਇਸ ਰਾਜਨੀਤਿਕ ਪ੍ਰਣਾਲੀ ਨੂੰ ਸਮਝਣ, ਲੋਕ ਰਾਜ ਨੂੰ ਸਮਝਣ ਕਿ ਲੋਕ ਰਾਜ ਕੀ ਹੁੰਦਾ ਹੈ। ਸੋ ਇਬਰਾਹਿਮ ਲਿੰਕਨ ਹੋਰਾਂ ਨੇ ਕਿਹਾ ਸੀ ਕਿ ਗਵਰਨਮੈਂਟ ਆਫ ਪੀਪਲ ਫਾਰ ਦਾ ਪੀਪਲ ਐਂਡ ਬਾਈ ਦਾ ਪੀਪਲ। ਜੀ ਜੀ। ਤਾਂ ਸਵਾਲ ਇਹ ਹੈ ਕਿ ਇੱਥੇ ਸਰਕਾਰ ਜਿਹੜੀ ਹੈਗੀ ਹੈ ਉਹ ਨਾ ਤਾਂ ਲੋਕਾਂ ਦੀ ਹੁੰਦੀ ਹੈ, ਸਰਕਾਰ ਕਿਸੇ ਬਾਦਲ ਦੀ, ਕੈਪਟਨ ਦੀ, ਮੋਦੀ ਦੀ ਹੁੰਦੀ ਹੈ, ਔਰ ਉਹ ਹੁੰਦੀ ਵੀ ਉਹਨਾਂ ਦੇ ਮਤਲਬ ਪਰਿਵਾਰ ਵਾਸਤੇ ਹੈ ਜਾਂ ਕਹਿ ਲਓ ਵੀ ਉਹਨਾਂ ਦੇ ਜਿਹੜੇ ਕੌਲੀ ਚੱਟ ਨੇ ਉਹਨਾਂ ਵਾਸਤੇ ਹੁੰਦੀ ਹੈ। ਸਰਕਾਰ ਲੋਕਾਂ ਦੁਆਰਾ ਬਣਦੀ ਤਾਂ ਹੈ ਪਰ ਸਰਕਾਰ ਲੋਕਾਂ ਦੀ ਹੁੰਦੀ ਨਹੀਂ। ਸੋ ਸਭ ਤੋਂ ਪਹਿਲਾਂ ਤਾਂ ਲੋਕ ਰਾਜ ਜਿਹੜਾ ਹੈ ਉਹਨੂੰ ਸਮਝਣਾ ਪਏਗਾ। ਸਾਨੂੰ ਇਹ ਖੁਦ ਮੁਖਤਿਆਰੀ ਹਾਸਲ ਕਰਨੀ ਪਏਗੀ ਕਿ ਹਰ ਹਲਕੇ ਦੇ ਲੋਕ ਉਮੀਦਵਾਰ ਖੜਾ ਕਰਨ। ਅੱਜ ਅਸੀਂ ਉਹਨੂੰ ਚੁਣਦੇ ਹਾਂ ਜਿਹਨੂੰ ਕੋਈ ਪਹਿਲਾਂ ਚੁਣ ਲੈਂਦਾ। ਸੋ ਇਹ ਪਰੰਪਰਾ ਬੜੀ ਦੇਰ ਤੋਂ ਚੱਲਦੀ ਆਈ ਹੈ। ਸੋ ਰਾਜਨੀਤਿਕ ਵਿਵਸਥਾ ਦੇ ਵਿੱਚ ਅੱਜ ਸਭ ਤੋਂ ਵੱਡੀ ਲੋੜ ਲੋਕ ਰਾਜ ਨੂੰ ਸਮਝ ਕੇ ਲੋਕ ਇਕੱਠੇ ਹੋ ਕੇ ਖੁਦ ਉਮੀਦਵਾਰ ਖੜਾ ਕਰਨ, ਇਸ ਚੀਜ਼ ਦੀ ਲੋੜ ਹੈ। ਠੀਕ ਹੈ, ਬਹੁਤ ਧੰਨਵਾਦ। ਮੈਂ ਕਾਲੂ ਜੀ ਤੁਹਾਡੇ ਵੱਲ ਥੋੜ੍ਹਾ ਜਿਹਾ ਹੀ ਇਸ਼ਾਰਾ ਕਰਾਂਗਾ ਕਿ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ, ਜਿਹੜੇ ਚੰਨੀ ਨੇ ਜਿਹੜੇ ਬਣੇ ਮੁੱਖ ਮੰਤਰੀ ਪੰਜਾਬ ਦੇ, ਉਹਨਾਂ ਨੇ ਜੇ ਕਹਿ ਦਈਏ ਕਿ ਐਲਾਨਾਂ ਦੇ ਭੰਡਾਰੇ ਗੱਫੇ ਖੋਲ ਦਿੱਤੇ ਹੈਗੇ ਆ, ਤੇ ਤੁਹਾਨੂੰ ਕੀ ਲੱਗਦਾ ਹੈਗਾ ਉਹਦੇ ਵਿੱਚੋਂ ਕੀ ਮਿਲਣ ਵਾਲਾ ਹੈਗਾ ਪੰਜਾਬ ਦੇ ਲੋਕਾਂ ਨੂੰ? ਮਾਨ ਸਾਹਿਬ, ਜੇ ਭੰਡਾਰੇ ਕਿਸੇ ਸੂਝ-ਬੂਝ ਨਾਲ ਖੋਲੇ ਜਾਣ, ਕਿਸੇ ਢੰਗ ਤਰੀਕੇ ਨਾਲ ਖੋਲੇ ਜਾਣ, ਸ਼ੀਸ਼ੇ ਵੱਲ ਵੇਖ ਕੇ ਖੋਲੇ ਜਾਣ ਤੇ ਫਿਰ ਤੇ ਠੀਕ ਆ। ਕੱਲ ਹੀ ਉਹਨੇ ਐਲਾਨ ਕੀਤਾ ਵੀ ਕੇਵਲ ਜਿਹੜੀ ਘਰਾਂ 'ਚ ਚੱਲ ਰਹੀ ਉਹਦਾ 100 ਰੁਪਇਆ ਪੇ ਕੀਤਾ ਜਾਵੇ, ਜਦੋਂ ਕਿ ਉਹਨਾਂ ਨੂੰ ਇਹ ਪਤਾ ਨਹੀਂ ਵੀ ਟਰਾਈ ਦਾ ਕਾਨੂੰਨ ਕੀ ਕਹਿ ਰਿਹਾ। ਟਰਾਈ ਦਾ ਕਾਨੂੰਨ ਪਹਿਲਾਂ ਹੀ ਕਹਿ ਰਿਹਾ ਵੀ 200 ਚੈਨਲ ਜਿਹੜੇ ਫ੍ਰੀ ਚੱਲਣ ਵਾਲੇ ਉਹਦੇ ਘੱਟੋ ਘੱਟ 164 ਰੁਪਏ ਲੱਗਣਗੇ। ਇਸ ਤੋਂ ਉੱਪਰ ਜਿਹੜੇ ਪੇਡ ਚੈਨਲ ਨੇ ਉਹਨਾਂ ਦੀ ਆਪੋ ਆਪਣੀ ਕੀਮਤ ਹੈ। ਤੇ ਕੇਬਲ ਚੈਨਲ ਵਾਲੇ 100 ਰੁਪਏ 'ਚ ਕਿਸ ਤਰ੍ਹਾਂ ਕੇਬਲ ਦੇ ਸਕਦੇ ਜੇ ਕਾਨੂੰਨ ਉੱਪਰ ਹੋਰ ਨੇ। ਮੈਂ ਐਲਾਨ ਕਰੀ ਜਾਣ ਨਾਲ ਕੁਛ ਨਹੀਂ ਹੋਣਾ, ਉਹਨੂੰ ਬੜੀ ਸੂਝ-ਬੂਝ ਨਾਲ ਵਾਚ ਕੇ ਘੋਕ ਕੇ ਪੜਤਾਲ ਕਰਕੇ ਫੇਰ ਐਲਾਨ ਕਰਨ ਦੀ ਜ਼ਰੂਰਤ ਹੈ। ਜਿੰਨਾ ਵਿੱਤੀ ਸਾਧਨ ਕਹਿੰਦੇ ਉਹਨਾਂ ਕਰਨ ਦੀ ਲੋੜ ਹੈ। ਇਹ ਮੈਨੂੰ ਲੱਗਦਾ ਵੀ ਸਿਰਫ ਐਲਾਨ ਹੀ ਰਹਿ ਜਾਣਗੇ ਤੇ ਮੈਨੂੰ ਇਹ ਵੀ ਖਦਸ਼ਾ ਹੈ ਵੀ ਕਿਤੇ ਲੋਕੀ ਇਹ ਨਾ ਕਹਿਣ ਲੱਗੇ ਜਿੱਦਾਂ ਬਾਕੀ ਮੁੱਖ ਮੰਤਰੀਆਂ ਦਾ ਕੋਈ ਨਾ ਕੋਈ ਨਾਂ ਰੱਖੇ ਆ, ਇਹਨਾਂ ਦਾ ਨਾਂ ਕਿਤੇ ਐਲਾਨ ਮੁੱਖ ਮੰਤਰੀ ਨਾਲ ਰੱਖਿਆ ਜਾਵੇ। ਬਲਵਿੰਦਰ ਜੀ, ਸਾਨੂੰ ਪਤਾ ਹੈ ਕਿ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਬਹੁਤ ਤਰ੍ਹਾਂ ਦੇ ਮਾਫੀਏ ਬੜੇ ਦੇਰ ਤੋਂ ਸਰਗਰਮ ਹੈਗੇ ਆ ਤੇ ਹਰ ਸਰਕਾਰ ਜਿਹੜੀ ਆ
ਉਹ ਜਾਂ ਤਾਂ ਉਹਦਾ ਭਾਗ ਹੁੰਦੀ ਆ ਤੇ ਜਾਂ ਫਿਰ ਉਹ ਅੱਖਾਂ ਮੀਟ ਕੇ ਕਬੂਤਰ ਵਾਂਗੂ ਬੈਠੀ ਰਹਿੰਦੀ ਹੈ। ਤੇ ਤੁਹਾਨੂੰ ਜਿਹੜਾ ਇਹ ਸਿਆਸੀ ਮਾਫੀਆ ਹੈਗਾ, ਇਹਦੇ ਵੱਲੋਂ ਜਿਹੜੀ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਆ, ਉਹਦੇ ਤੁਸੀਂ ਕੀ ਉਪਾਅ ਤੁਸੀਂ ਦੇਖ ਸਕਦੇ ਆ, ਤੁਸੀਂ ਕੀ ਉਪਾਅ ਸੁਝਾ ਸਕਦੇ ਆ ਜੀ? ਦੇਖੋ, ਸਵਾਲ ਇਹ ਹੈ ਕਿ ਮਾਫੀਏ ਨੂੰ ਤੋੜਨ ਵਾਸਤੇ ਅੱਜ ਸਮੱਸਿਆ ਇਹ ਹੈ ਕਿ ਜਿਹੜਾ ਵੀ ਪਾਰਟੀ ਦਾ ਪ੍ਰਧਾਨ ਹੈ ਉਹ ਸਾਰੀਆਂ ਸੀਟਾਂ ਦਾ ਐਲਾਨ ਕਰਦਾ ਹੈ, ਜਾਂ ਉਹਦੇ ਨਾਲ ਕੋਈ 2-3 ਫੌਜਦਾਰ ਰੱਖੇ ਹੋਏ ਆ ਸੂਬੇਦਾਰ, ਉਹ ਐਲਾਨ ਕਰਦੇ ਆ ਜੀ। ਸੋ ਇਹ ਸਾਰੀਆਂ ਸੀਟਾਂ ਦਾ ਐਲਾਨ ਇੱਕ ਬੰਦਾ ਕਰਦਾ ਹੈ ਤੇ ਉਹ ਮਾਫੀਆ ਕਦੇ ਵੀ ਟੁੱਟ ਨਹੀਂ ਸਕਦਾ, ਕਿਉਂਕਿ ਜੇ ਟਿਕਟ ਲੈਣੀ ਹੋਵੇ ਤਾਂ ਇਹ ਕਹਿਣਾ ਪੈਂਦਾ ਜਾ ਕੇ ਕਿ ਮੈਂ ਪਿਓ ਦਾ ਨਹੀਂਗਾ, ਮੈਂ ਭਾਈ ਤੇਰਾ ਜਿਹਦੇ ਤੋਂ ਟਿਕਟ ਲੈਣੀ ਜੀ। ਦੂਜੀ ਗੱਲ ਇਹ ਹੈ ਕਿ ਜ਼ਮੀਨ ਲੋਕਾਂ ਦੀ ਮਰੀ ਵੀ ਹੈ, ਜਾਂ ਉਹ ਪੈਸੇ ਦੇ ਸਕਦੇ ਆ, ਉਹਨਾਂ ਲੋਕਾਂ ਨੂੰ ਟਿਕਟਾਂ ਮਿਲਦੀਆਂ। ਸੋ ਸਭ ਤੋਂ ਪਹਿਲੀ ਸਮੱਸਿਆ ਸਾਡੇ ਸਾਹਮਣੇ ਇਹ ਹੈ ਕਿ ਮਾਫੀਆ ਤੋੜਨਾ ਪਏਗਾ, ਤੇ ਮਾਫੀਆ ਤੋੜਨ ਲਈ ਇੱਕੋ ਇੱਕ ਤਰੀਕਾ ਹੈ ਕਿ ਹਰ ਹਲਕੇ ਦੇ ਲੋਕ ਆਪਦਾ ਉਮੀਦਵਾਰ ਖੁਦ ਖੜਾ ਕਰਨ। ਲੋਕ ਅਧਿਕਾਰ ਲਹਿਰ ਦੇ ਵੱਲੋਂ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਦੇਖੋ, ਅੱਜ ਪੰਜਾਬ ਤੁਹਾਡੇ ਵੱਲ ਦੇਖ ਰਿਹਾ ਹੈ। ਸੋ ਤੁਸੀਂ ਹਰ ਹਲਕੇ ਦੇ ਵਿੱਚ ਆ ਕੇ ਜਿਹੜਾ ਹੈਗਾ ਅਗਵਾਈ ਕਰੋ, ਔਰ ਕੇਵਲ ਤੁਸੀਂ ਅਗਵਾਈ ਨਾ ਕਰੋ, ਮੁਲਾਜ਼ਮ ਜਥੇਬੰਦੀਆਂ ਨੂੰ ਨਾਲ ਲਵੋ, ਵਪਾਰੀ ਜਥੇਬੰਦੀਆਂ ਨੂੰ ਨਾਲ ਲਵੋ, ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲਵੋ, ਬੁੱਧੀਜੀਵੀਆਂ ਨੂੰ ਨਾਲ ਲਵੋ, ਕਿਉਂਕਿ ਅੱਜ ਚੌਧਰ ਦਾ ਸਵਾਲ ਨਹੀਂ ਹੈ, ਅੱਜ ਸਾਡੀ ਪੰਜਾਬੀਆਂ ਦੀ ਮਿਟ ਰਹੀ ਹੋਂਦ ਦਾ ਸਵਾਲ ਹੈ। ਸੋ ਇਸ ਕਰਕੇ ਇਸ ਮਾਫੀਏ ਨੂੰ ਤੋੜਨ ਲਈ ਜਿੰਨੀ ਦੇਰ ਲੋਕ ਅੱਗੇ ਨਹੀਂ ਆਉਂਦੇ, ਸੂਝਵਾਨ ਲੋਕ ਅੱਗੇ ਨਹੀਂ ਆਉਂਦੇ, ਇਹ ਅੰਦੋਲਨਕਾਰੀ ਜਿਹੜੇ ਹੈਗੇ ਆ, ਅੰਦੋਲਨ ਕਰ ਰਹੇ ਲੋਕ, ਉਹਨਾਂ ਦੇ ਆਗੂ ਅੱਗੇ ਨਹੀਂ ਆਉਂਦੇ ਇਮਾਨਦਾਰੀ ਨਾਲ, ਬਿਨਾਂ ਸ਼ੱਕ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਹਰ ਜਗ੍ਹਾ ਤੇ ਆਪਣੇ ਬੰਦੇ ਫਿੱਟ ਕੀਤੇ ਹੈ। ਬੁੱਧੀਜੀਵੀਆਂ ਚ ਉਹਨਾਂ ਦੇ ਬੰਦੇ ਬੈਠੇ ਹੈ, ਅੰਦੋਲਨਕਾਰੀਆਂ ਚ ਉਹਨਾਂ ਦੇ ਬੰਦੇ ਬੈਠੇ ਹੈ, ਜਥੇਬੰਦੀਆਂ ਚ ਉਹਨਾਂ ਦੇ ਬੰਦੇ ਬੈਠੇ ਹੈ। ਪਰ ਬਾਵਜੂਦ ਇਹਦੇ ਅੱਜ ਲੋਕਾਂ ਦੇ ਵਿੱਚ ਜਿਹੜੀ ਗੱਲ ਹੈਗੀ ਆ ਉਹ ਇਹ ਹੈ ਕਿ ਲੋਕਾਂ ਨੂੰ ਹਰ ਹਲਕੇ 'ਚ ਇਕਜੁੱਟ ਹੋ ਕੇ ਜਿਹੜਾ ਉਹ ਆਪਦਾ ਉਮੀਦਵਾਰ ਖੜਾ ਕਰਨਾ ਚਾਹੀਦਾ, ਔਰ ਉਹਨੂੰ ਖੁਦ ਜਿਤਾਉਣਾ ਚਾਹੀਦਾ, ਉਹਦੀ ਇਲੈਕਸ਼ਨ ਖੁਦ ਲੜਨੀ ਚਾਹੀਦੀ ਹੈ। ਕਿਉਂਕਿ ਜਿਸ ਵੇਲੇ ਪੋਲੀਟੀਕਲ ਪਾਰਟੀਆਂ ਦਾ ਮੁੱਦਾ ਖੜਦਾ ਹੈ ਤਾਂ ਸ਼ਿੰਦਰਪਾਲ ਜੀ, ਉਹਨੂੰ ਲੋਕ ਲੱਖਾਂ ਰੁਪਈਆ ਦਿੰਦੇ ਨੇ, ਲੱਖਾਂ। ਹੁਣ ਸੋਚ ਕੇ ਦੇਖੋ ਕਿ ਉਹ ਲੱਖਾਂ ਰੁਪਈਆ ਕੌਣ ਦਿੰਦਾ ਹੈ? ਮਾਫੀਏ ਵਾਲੇ ਦਿੰਦੇ ਹੈ, ਜਿਹਨੇ SHO ਲੱਗਣਾ ਹੈ, ਜਿਹਨੇ ਸਬ ਡਿਵੀਜ਼ਨ 'ਚ ਡਿਪਟੀ ਲੱਗਣਾ ਹੈ, ਜਿਹਨੇ ਤਹਿਸੀਲਦਾਰ ਲੱਗ ਕੇ ਤੁਹਾਡੀ ਧੌੜੀ ਪੱਟਣੀ ਹੈ, ਜਿਹਨੇ ਜ਼ਹਿਰੀਲੀ ਸ਼ਰਾਬ ਵੇਚਣੀ ਹੈ, ਲੋਕਾਂ ਦੀਆਂ ਜ਼ਮੀਨਾਂ ਦੱਬਣੀਆਂ, ਉਹ ਲੋਕ ਇਹਨਾਂ ਪੋਲੀਟੀਕਲ ਪਾਰਟੀਆਂ ਵੱਲੋਂ ਖੜੇ ਕੀਤੇ ਬੰਦਿਆਂ ਨੂੰ ਲੱਖਾਂ ਰੁਪਈਆ ਦੇ ਕੇ ਇਲੈਕਸ਼ਨ ਲੜਾਉਂਦੇ ਆ। ਔਰ ਜਿਨ੍ਹਾਂ ਨੇ ਵਿਧ ਮਾਤਾ ਬਣ ਕੇ ਸਾਡੇ ਸੂਬੇ ਦੀ ਤੇ ਸਾਡੇ ਸੂਬੇ ਦੇ ਬੱਚਿਆਂ ਦੀ ਤੇ ਸਾਡੇ ਸੂਬੇ ਦੇ ਵਾਸੀਆਂ ਦੀ ਤਕਦੀਰ ਲਿਖਣੀ ਹੈ, ਉਹ ਵਿਧਾਨ ਸਭਾ 'ਚ ਜਾਣ ਤੋਂ ਪਹਿਲਾਂ ਵਿਕ ਜਾਂਦੇ ਆ। ਸੋ ਲੋਕਾਂ ਨੂੰ ਪਹਿਰੇਦਾਰੀ ਕਰਨੀ ਪਏਗੀ, ਜਿਹੜਾ ਉਮੀਦਵਾਰ ਖੜਾ ਕਰਨਾ ਉਹਦੇ ਤੇ, ਇਹੋ ਹੀ ਇੱਕੋ ਇੱਕ ਹੱਲ ਹੈ। ਮੇਰੇ ਖਿਆਲ ਦੇ ਵਿੱਚ ਤੁਹਾਡਾ ਸੁਪਨਾ ਤੇ ਬਹੁਤ ਪਾਰਦਰਸ਼ ਹੈਗਾ, ਪਰ ਮੇਰੇ ਖਿਆਲ ਦੇ ਵਿੱਚ ਜਿਹੋ ਜਿਹੀ ਚੇਤਨਤਾ ਅਸੀਂ ਕਹਿ ਦਈਏ ਕਿ ਘਟੀਆ ਚੇਤਨਤਾ ਸਾਡੇ ਪੰਜਾਬ ਦੇ ਲੋਕਾਂ ਵਿੱਚ ਹੈ, ਉਹਨਾਂ ਨੂੰ ਇਹ ਵਾਕਿਆ ਹੀ ਇਹ ਅਚੰਭਾ ਲੱਗੇਗਾ ਕਿ ਅਸੀਂ ਆਪਣਾ ਲੀਡਰ ਚੁਣ ਸਕਦੇ ਹਾਂ, ਅਸੀਂ ਆਪਣਾ ਨੁਮਾਇੰਦਾ ਚੁਣ ਸਕਦੇ ਹਾਂ, ਅਸੀਂ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ 'ਚ ਭੇਜ ਸਕਦੇ ਹਾਂ ਜੋ ਸਾਡੀ ਗੱਲ ਸੁਣੇ। ਕਾਮ ਸਾਹਿਬ, ਤੁਸੀਂ ਇਸ ਸੰਦਰਭ ਦੇ ਵਿੱਚ ਕੀ ਦੇਖਦੇ ਆ ਕਿ ਲੋਕਾਂ ਨੂੰ ਇਹ ਜਿਹੜੀ ਚੇਤਨ ਦਾ ਜੋ ਹੁਣ ਇਸ ਵੇਲੇ ਦੇਖਦੇ ਆ ਕਿ ਮੋਦੀ ਸਰਕਾਰ ਵੀ ਗੋਡਿਆਂ ਭਰਨੀ ਹੋ ਗਈ, ਉਹਨੇ ਦੇਖ ਲਿਆ ਕਿ ਲੋਕਾਂ ਦਾ ਜ਼ਬਰ ਦਾ ਜਿਹੜਾ ਸਵਰਨਾ ਕੀਤਾ ਉਹਨਾਂ ਦਾ ਮੁਕਾਬਲਾ ਹੈਗਾ, ਉਹਦੇ ਅੱਗੇ ਜਿਹੜੀ ਸਰਕਾਰ ਹੈ ਇੱਕ ਬਹੁਤ ਵੱਡੀ ਸਰਕਾਰ, ਜਿਹੜੀ ਵੱਡੀ ਤਾਕਤ ਜਿਹੜੀ ਝੁਕੀ ਹੈ, ਤੁਹਾਡੇ ਖਿਆਲ ਦੇ ਵਿੱਚ ਤੁਹਾਡੀ ਜਿਹੜੀ ਲਹਿਰ ਹੈ ਉਹ ਕਿਹੋ ਜਿਹੀ ਚੇਤਨਤਾ ਪੈਦਾ ਕਰੇਗੀ, ਜਾਂ ਹੁਣ ਤੱਕ ਤੁਸੀਂ ਕਿੰਨਾ ਕੁ ਸਫ਼ਰ ਤੈਅ ਕਰ ਚੁੱਕੇ ਆ ਕਾਲੂ ਸਾਹਿਬ ਜੀ? ਬਸ ਇਸ ਤਰ੍ਹਾਂ ਵੀ 74 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੇ ਪੱਲੇ ਕੀ ਪਿਆ? ਮਾਨਸਿਕ ਗੁਲਾਮੀ ਜੀ, ਮੰਗਣ ਵਾਲੇ ਕੰਮ, ਸਬਸਿਡੀਆਂ, ਮੁਫਤ ਖੋਰੀ ਦੀਆਂ ਗੱਲਾਂ। ਜੋ ਮੁੱਦੇ ਸੀ ਉਹ ਕਿਸੇ ਨੇ ਸਾਡੇ ਗਾੜੀ ਨਹੀਂ ਰੱਖੇ, ਨਾ ਕਿਸੇ ਨੇ ਅੱਖੋਂ ਮਤਲਬ ਇਹਨਾਂ ਨੂੰ ਸਾਹਮਣੇ ਰੱਖ ਕੇ ਕੰਮ ਕੀਤਾ ਹੈ, ਅੱਖੋਂ ਪਰੋਖੇ ਕੀਤੇ ਗਏ ਆ। ਹੁਣ ਮਸਲਾ ਇਹ ਹੈ ਵੀ ਜੇ ਅਸੀਂ ਚੇਤਨਤਾ ਲਹਿਰ ਖੜੀ ਕੀਤੀ ਹੈ ਤੇ ਮੈਨੂੰ ਇਹ ਖੁਸ਼ੀ ਆ ਕਿ ਤਲਵੰਡੀ ਸਾਬੋ ਦੇ ਵਿੱਚ ਇਸ ਚੇਤਨਤਾ ਨੂੰ ਰੂਪੀ ਬੂਟੇ ਨੂੰ ਫਲ ਲੱਗਿਆ। ਉੱਥੇ ਲੋਕਾਂ ਨੇ 266 ਮੈਂਬਰੀ ਕਮੇਟੀ ਬਣਾਈ, ਆਪਣਾ ਨੁਮਾਇੰਦਾ ਖੁਦ ਚੁਣਿਆ ਪਰੇ ਰੂਪ 'ਚ, ਸੰਮਤੀ ਰੂਪ ਦੇ ਵਿੱਚ, ਔਰ ਜਿਹੜਾ ਬੰਦਾ ਚੁਣਿਆ ਬਿਲਕੁਲ ਬੇਦ ਆ ਗਿਆ। ਔਰ 15 ਸਾਲ ਤੋਂ ਬੰਦਾ ਸੰਘਰਸ਼ ਕਰ ਰਿਹਾ ਵਾ ਬੇਰੁਜ਼ਗਾਰ ਟੀਚਰਾਂ ਵਾਸਤੇ, ਤੇ ਉਹਨੂੰ ਚੁਣ ਕੇ ਆਪਣਾ ਉਮੀਦਵਾਰ ਐਲਾਨ ਦਿੱਤਾ। ਉਹਦੀ ਵੇਖੋ ਵੇਖੀ ਬਾਕੀ ਲੋਕ ਵੀ ਕਰਨਗੇ, ਕਿਉਂਕਿ ਜਿਹੜਾ ਸੰਘਰਸ਼ ਕਿਸਾਨਾਂ ਦਾ ਚੱਲਿਆ
ਇਹ ਸਾਡੇ ਸਾਹਮਣੇ ਇੱਕ ਬੜੀ ਵੱਡੀ ਐਗਜ਼ਾਮਪਲ ਆ ਤੇ ਜਿਹੜਾ ਆਪਣੇ ਆਪ ਦੀ ਚੇਤਨਤਾ ਤੋਂ ਉੱਠ ਕੇ ਤੁਰਿਆ ਵਾ ਜਾਂ ਆਪਣੀ ਹੋਂਦ ਵਾਸਤੇ ਉੱਠ ਕੇ ਤੁਰਿਆ ਵਾ। ਤੇ ਉਹਨਾਂ ਲੋਕਾਂ ਨੂੰ ਤੇ ਇਹ ਚੰਗੀ ਗੱਲ ਨਹੀਂ ਲੱਗਣੀ ਜਿਨ੍ਹਾਂ ਨੇ ਹੁਣ ਤੱਕ ਮਾਫੀਆ ਰਾਜ ਕੀਤਾ ਹੋਇਆ, ਜਿਹੜੇ ਆਪਣੀ ਸਲਤਨਤ ਬਣਾ ਕੇ ਬੈਠੇ ਆ, ਜਿਹੜੇ ਅੰਗਰੇਜ਼ਾਂ ਦੇ ਵੇਲੇ ਵੀ ਅੰਗਰੇਜ਼ਾਂ ਦੇ ਨਾਲ ਸੀ, ਉਹਨਾਂ ਦੇ ਪਿੱਠੂ ਸੀ, ਹੁਣ ਉਹ ਹਾਕਮ ਨੇ, ਜਿਹੜੇ ਮੁਸਲਮਾਨਾਂ ਦੇ ਵੇਲੇ ਵੀ ਹਿੱਸੇਦਾਰੀ ਰੱਖਦੇ ਸੀ, ਉਦੋਂ ਵੀ ਉਹ ਵੀ ਵਿੱਚ ਖਾਤੇ ਕਰੀ ਜਾਂਦੇ ਸੀ ਕੰਮ ਆਪਣਾ। ਸਾਡੇ ਵਿੱਚ ਹੀ ਵਿਕਣ ਵਾਲੇ ਬੈਠੇ ਆ, ਸਾਡੇ ਵਿੱਚ ਹੀ ਗੁਲਾਮ ਮਾਨਸਿਕਤਾ ਵਾਲੇ ਬੈਠੇ ਆ, ਸਾਡੇ ਵਿੱਚ ਹੀ ਚੇਤਨਤਾ ਬੁੱਧੀ ਵਾਲੇ ਬੈਠੇ ਆ। ਇਹ ਤਾਂ ਮੁਕਾਬਲਾ ਹੋਣਾ ਹੁਣ ਆਪੋ 'ਚ ਤੇ ਚੇਤਨ ਬੁੱਧੀ ਵਾਲੇ ਕਿਸ ਤਰ੍ਹਾਂ ਅੱਗੇ ਆਉਂਦੇ ਆ ਤੇ ਦੂਜਿਆਂ ਨੂੰ ਕਿਸ ਤਰ੍ਹਾਂ ਮਗਰ ਲਾਉਂਦੇ ਆ। ਮੇਰਾ ਖਿਆਲ ਹੈ ਵੀ ਇਹ ਨਹੀਂ ਕਹਿ ਸਕਦੇ ਸਾਰੇ ਲੋਕ ਚੇਤਨ ਨੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਮਾਫੀਆ ਰਾਜ ਦਾ ਫਾਇਦਾ ਉਠਾਇਆ, ਜਿਨ੍ਹਾਂ ਨੇ ਲਾਭ ਉਠਾਏ ਆ, ਜਿਨ੍ਹਾਂ ਨੇ ਆਪਣੇ ਘਰ ਭਰੇ ਹੋਏ ਆ, ਉਹ ਅੱਜ ਵੀ ਮੋਦੀ ਦੇ ਗੁਣ ਗਾਉਣਗੇ, ਉਹ ਵੀ ਬਾਦਲ ਦੇ ਗਾਉਣਗੇ, ਉਹ ਕੈਪਟਨ ਦੇ ਗਾਉਣਗੇ। ਮੈਨੂੰ ਲੱਗਦਾ ਕਿ ਆਪਾਂ ਨੂੰ ਯਤਨ ਜਾਰੀ ਰੱਖਣੇ ਚਾਹੀਦੇ ਆ। ਜਿਹੜੀਆਂ ਵੀ ਲੋਕ ਹਿੱਤ ਧਰਾਵਾਂ ਹੈਗੀਆਂ ਉਹ ਦੇਖਦੇ ਆ ਕਿ ਇੱਕ ਜੇ ਕਹਿ ਦਈਏ ਕਿ ਮਾਊਂਟ ਐਵਰੈਸਟ ਪਹਾੜ ਨੂੰ ਚੁੱਕ ਕੇ ਇੱਕ ਉਹਦੀ ਥਾਂ ਬਦਲਣ ਵਾਲੀ ਗੱਲ ਹੈਗੀ। ਅਸੀਂ ਦੇਖਦੇ ਹਾਂ ਕਿ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਹਨਾਂ ਲੋਕਾਂ ਨੇ ਮਨਜ਼ੂਰ ਨਹੀਂ ਕੀਤਾ, ਜਿਸ ਦੇ ਪਤੀ ਨੇ ਪੰਜਾਬ ਵਾਸਤੇ ਬਹੁਤ ਵੱਡਾ ਸੰਘਰਸ਼ ਉਹਨਾਂ ਨੇ ਵਿੱਢਿਆ। ਤੇ ਬਲਵਿੰਦਰ ਜੀ, ਤੁਹਾਨੂੰ ਲੱਗਦਾ ਤੁਹਾਨੂੰ ਕੀ ਚੁਣੌਤੀਆਂ ਆ ਰਹੀਆਂ ਨੇ ਇਸ ਵੇਲੇ, ਤੁਹਾਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਨੂੰ ਇਸ ਤਰ੍ਹਾਂ ਚੇਤਨ ਕਰਨ ਦੇ ਵਿੱਚ? ਬਲਵਿੰਦਰ ਜੀ ਦੇਖੋ, ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਲੋਕ ਇਸ ਗੱਲ ਨੂੰ ਸਮਝਣ ਦੇ ਵਿੱਚ ਸਮਝ ਤਾਂ ਰਹੇ ਹੈ, ਪਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਸੰਭਵ ਨਹੀਂ ਹੈ, ਇਸ ਤਰ੍ਹਾਂ ਹੋਵੇਗਾ ਨਹੀਂ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਅਸੀਂ ਪਹਿਲਾਂ ਸਾਹਿਬ ਨੇ 66 ਦਾ ਅੰਕੜਾ ਦਿੱਤਾ ਹੈ, 272 ਲੋਕਾਂ ਨੇ ਉੱਥੇ ਜਿਹੜਾ ਹੈਗਾ ਆਪਣਾ ਉਮੀਦਵਾਰ ਆਪ ਚੁਣਿਆ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ। ਸੋ ਸਮੱਸਿਆਵਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ, ਦੇਖੋ, ਕਾਰਜਪਾਲਿਕਾ ਨੇ ਸਾਡਾ ਸਾਥ ਨਹੀਂ ਦੇਣਾ। ਵਿਧਾਨ ਪਾਲਿਕਾ ਦੇ ਵਿੱਚ ਜਿਹੜੇ ਲੋਕ ਵਿਧਾਨ ਸਭਾ 'ਚ ਪਹਿਲਾਂ ਜਾ ਚੁੱਕੇ ਆ, ਉਹਨਾਂ ਨੇ ਸਾਡਾ ਸਾਥ ਨਹੀਂ ਦੇਣਾ, ਨਾ ਅਸੀਂ ਉਹਨਾਂ ਤੋਂ ਕੋਈ ਉਮੀਦ ਕਰਦੇ ਹਾਂ। ਇੱਕ ਲੋਕ ਰਾਜ ਦਾ ਜਿਹੜਾ ਚੌਥਾ ਥੰਮ ਹੈ ਉਹ ਹੈ ਮਤਲਬ ਮੀਡੀਆ ਤੇ ਪੱਤਰਕਾਰਤਾ। ਉਹਦੇ ਵੀ ਵਿਕ ਜਾਣ ਦਾ ਸਾਨੂੰ ਬਹੁਤ ਵੱਡਾ ਦੁੱਖ ਹੈ। ਉਹਦੇ 'ਚ ਬਹੁਤ ਥੋੜੇ ਬੰਦੇ ਜਿਹੜੇ ਰਹਿ ਗਏ ਹੈ ਉਹ ਅੱਗੇ ਆ ਰਹੇ ਹੈ। ਜੇਕਰ ਉਹ ਅੱਗੇ ਆ ਜਾਣ ਤਾਂ ਮੇਰਾ ਖਿਆਲ ਲਈ ਕੋਈ ਚੁਣੌਤੀ ਨਹੀਂ। ਪੰਜਾਬ ਨੂੰ ਬਚਾਉਣਾ ਤੇ ਲੋਕ ਰਾਜ ਆਪਣਾ ਉਨਾ ਹੀ ਸੌਖਾ ਹੈ ਜਿੰਨਾ ਬੁੱਲੇ ਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ ਕਿ ਰੱਬ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ, ਤਾਂ ਉਹ ਗੰਢਿਆਂ ਦੀ ਪਨੀਰੀ ਲਾਉਂਦਿਆਂ ਨੇ ਆਖਿਆ ਸੀ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਲਾਉਣਾ। ਅਸੀਂ ਕੇਵਲ ਤੇ ਕੇਵਲ ਇਹ ਤੈਅ ਕਰਨਾ ਹੈ ਕਿ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਕੱਢਣਾ ਹੈ। ਕਹਿਣ ਦਾ ਭਾਵ ਇਹ ਹੈ ਕਿ ਅਗਲੀ ਲੜਾਈ 2022 ਦੀ ਪੰਜਾਬ ਦੇ ਮਾਲਕਾਂ 'ਚ ਤੇ ਪੰਜਾਬ ਲੁੱਟਣ ਵਾਲਿਆਂ 'ਚ ਸ਼ੁਰੂ ਹੋ ਗਈ ਤਾਂ ਫਿਰ ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਲੋਕ ਸਿਖਰ ਤੇ ਲੈ ਕੇ ਗਏ ਹੈ, ਉਸੇ ਤਰ੍ਹਾਂ ਜਿਹੜਾ ਹੈਗਾ ਇਹ ਪੰਜਾਬ ਦੀ ਵਿਧਾਨ ਸਭਾ ਦੀ ਜੰਗ ਵੀ ਜਿੱਤੀ ਜਾ ਸਕਦੀ ਹੈ। ਇੱਥੇ ਮੈਂ ਜ਼ਿਕਰ ਕਰੂੰਗਾ ਕਿ ਅੱਜ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਮੋਢਿਆਂ ਦੇ ਉੱਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਅਗਰ ਉਹ ਸਿੱਧੀ ਦਖਲਅੰਦਾਜ਼ੀ ਨਹੀਂ ਕਰਦੇ ਇਸ ਪ੍ਰਕਿਰਿਆ ਦੇ ਵਿੱਚ, ਲੋਕ ਰਾਜੀ ਪ੍ਰਕਿਰਿਆ 'ਚ, ਤਾਂ ਇਹ ਮਤਲਬ ਕਹਿ ਲਓ ਵੀ ਉਹਨਾਂ ਦੀ ਇੱਕ ਬੱਜਰ ਗਲਤੀ ਨਹੀਂ ਬਲਕਿ ਇੱਕ ਬੱਜਰ ਗੁਨਾਹ ਹੋਏਗਾ। ਉਹ ਇਲੈਕਸ਼ਨ ਚਾਹੇ ਨਾ ਲੜਨ, ਪਰ ਉਹਨਾਂ ਨੂੰ ਲੋਕ ਰਾਜੀ ਢੰਗ ਦੇ ਨਾਲ ਖੜੇ ਕੀਤੇ ਗਏ ਉਮੀਦਵਾਰਾਂ ਦੀ ਜਿਹੜੀ ਹੈਗੀ ਆ ਉਹ ਪੈਰਵਾਈ ਕਰਨੀ ਚਾਹੀਦੀ ਹੈ। ਉਹ ਲੋਕਾਂ ਨੂੰ ਕਹਿਣਾ ਚਾਹੀਦਾ ਹੈ ਕਿ ਇਹਨਾਂ ਨੂੰ ਚੁਣਿਆ ਜਾਵੇ, ਕਿਉਂਕਿ ਏਜੰਡਾ ਪਹਿਲੋਂ ਤੈਅ ਕਰਕੇ ਇਹ ਲੋਕ ਚੱਲਣਗੇ। ਕਿਸਾਨਾਂ ਨੂੰ ਅੱਜ ਉੱਥੋਂ ਕਿਸਾਨ ਆਗੂਆਂ ਨੂੰ 31 ਪ੍ਰਧਾਨ ਸੂਬੇ ਲਈ ਜਿਹਦੀ ਉਹ ਲੜਾਈ ਲੜ ਰਹੇ ਹੈ, ਉਹਦੇ ਲਈ ਇੱਕ ਏਜੰਡਾ ਤੈਅ ਕਰਨ ਦੀ ਲੋੜ ਹੈ। ਸਵਾਲ ਇਹ ਹੈ ਕਿ ਜਿਸ ਵੇਲੇ ਉਹ ਕਹਿੰਦੇ ਆ ਸਾਡਾ ਤਜਰਬਾ ਬਹੁਤ ਹੈ, ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ, ਸਾਨੂੰ ਤੁਸੀਂ ਮਨੌਤੀਆਂ ਨਾ ਦਿਓ, ਸਾਨੂੰ ਤੁਸੀਂ ਸਮਝਾਓ ਨਾ, ਉੱਥੇ ਇਹ ਗੱਲ ਵੀ ਇੱਕ ਵੱਡਾ ਸੱਚ ਹੈ ਕਿ ਜਿੰਨੀਆਂ ਉਹਨਾਂ ਦੀਆਂ ਉਮਰਾਂ ਨੇ ਉੱਡੇ ਹੀ ਲੰਬੇ ਉਲਝੇ ਹੋਏ ਮਸਲੇ ਨੇ ਜਿਹੜੇ ਅਜੇ ਤੱਕ ਨਹੀਂ ਸੁਲਝਾਏ ਜਾ ਸਕੇ। ਸੋ ਅੱਜ ਦੇ ਲੋਕ ਜਾਗੇ ਹੈ ਤਾਂ ਉਹਨਾਂ ਜਾਗੇ ਹੋਏ ਲੋਕਾਂ ਨੂੰ ਦਿਸ਼ਾ ਦੇਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਸਾਨ ਆਗੂਆਂ ਦੀ ਬਣਦੀ ਹੈ, ਪੰਜਾਬ ਬੁੱਧੀਜੀਵੀਆਂ ਦੀ ਬਣਦੀ ਹੈ, ਪੰਜਾਬ ਦੇ ਪੱਤਰਕਾਰਾਂ ਦੀ ਬਣਦੀ ਹੈ ਕਿ ਇਹਨਾਂ ਲੋਕਾਂ ਨੂੰ ਅਸੀਂ ਸੁੱਤੇ ਨਹੀਂ ਕਹਿ ਸਕਦੇ। ਇਹ ਸਾਰੇ ਲੋਕ ਜਾਗਦੇ ਹੈ ਔਰ ਸਾਰੇ ਗੱਲ ਨੂੰ ਸਮਝਦੇ ਹੈ
ਅਗਰ ਅਸੀਂ ਇਸ ਲੜਾਈ ਨੂੰ ਬਿਲਕੁਲ ਇੱਕ ਅੰਦੋਲਨ ਦੇ ਰੂਪ 'ਚ ਆਜ਼ਾਦੀ ਦੀ ਦੂਜੀ ਲੜਾਈ ਵਜੋਂ ਲੜੀਏ, ਕਿਉਂਕਿ ਮੈਂ ਤੁਹਾਨੂੰ ਬਿਆਨ ਕਰਦਿਆਂ ਕਿ ਜਿੰਨੇ ਵੀ ਲੋਕਾਂ ਨੂੰ ਲਾਲਚ ਦਿੱਤੇ ਜਾ ਰਹੇ ਹੈ ਉਹ ਆਉਣ ਵਾਲੇ ਸਮੇਂ 'ਚ ਕਦੇ ਪੂਰੇ ਨਹੀਂ ਹੋਣੇ, ਕਿਉਂਕਿ ਸਾਡਾ ਸੂਬਾ ਹੋ ਚੁੱਕਿਆ ਹੈ। ਲੋਕਾਂ ਨੂੰ ਕੇਵਲ ਇੱਕ ਗੱਲ ਸਮਝਣਾ ਹੈ ਕਿ ਅੱਜ ਅਸੀਂ ਜਦੋਂ ਘਰੇ ਨਿਕਲਦੇ ਹਾਂ, ਆਪਦੇ ਬੱਚਿਆਂ ਲਈ, ਆਪਦੇ ਪਰਿਵਾਰ ਨੂੰ ਅੱਗੇ ਵਧਾਉਣ ਲਈ ਅਸੀਂ ਘਰੋਂ ਅਸਲ ਦੇ ਵਿੱਚ ਇਹਨਾਂ ਚੋਰਾਂ ਦੀਆਂ ਜੇਬਾਂ ਭਰਨਾ ਤੇ ਨਾ, ਅੱਜ ਮਹਿੰਗਾਈ ਇੰਨੀ ਹੈ, ਟੈਕਸ ਇੰਨੇ ਹੈ, ਸਰਕਾਰ ਸਾਨੂੰ ਤਨਖਾਹਾਂ ਦੇ ਕੇ ਉਹ ਦਿੰਦੀ ਮਗਰੋਂ ਹੈ, ਜੇਬ ਚੋਂ ਪਹਿਲਾਂ ਕੱਢ ਲੈਂਦੀ ਹੈ। ਤੇ ਲੋਕਾਂ ਨੂੰ ਆਪਦੇ ਪਰਿਵਾਰਾਂ ਤੇ ਆਪਦੇ ਬੱਚਿਆਂ ਲਈ ਨਿਕਲਣ ਦੇ ਨਾਲ ਨਾਲ 2022 ਦੀ ਜਿਹੜੀ ਜੰਗ ਹੈ ਇਹਦੇ ਵਿੱਚ ਵੀ ਔਰ ਇੱਕ ਧਿਆਨ ਜਿਹੜਾ ਲੋਕ ਜਾਗਰੂਕਤਾ ਜਿਹੜੀ ਉਹ ਸ਼ੁਰੂ ਚਾਹੀਦੀ ਹੈ। ਇਹਦੇ ਤੋਂ ਬਗੈਰ ਚਾਰਾ ਨਹੀਂ। ਮੈਂ ਦੱਸਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਤਨਖਾਹਾਂ ਨੂੰ ਕੱਟ ਲੱਗਾ, ਸਾਡੇ ਸਾਹਮਣੇ ਨੌਕਰੀਆਂ ਪ੍ਰਾਈਵੇਟ ਹੋਈਆਂ, ਆਊਟਸੋਰਸਿੰਗ ਸ਼ੁਰੂ ਹੋਈ, ਸਾਡੇ ਸਾਹਮਣੇ 2004 ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਤੋਂ GPF ਨਹੀਂ ਦਿੱਤਾ ਜਾਣਾ, ਰਟੇ ਬੈਨੀਫਿਟ ਨਹੀਂ ਦਿੱਤੇ ਜਾਣੇ, ਹਰ ਮਹੀਨੇ ਤਨਖਾਹ ਨਹੀਂ ਦਿੱਤੀ ਜਾਣੀ, ਕਿਉਂਕਿ ਸੱਤਾ ਪਈਏ ਲਾਲਚੀ ਲੋਕ ਬਿਨਾਂ ਸੋਚੇ ਸਮਝੇ ਐਲਾਨ ਕਰ, ਔਰ ਇਹਨਾਂ ਦਾ ਕੋਈ ਮਤਲਬ ਨਹੀਂ ਹੈ, ਕੇਵਲ ਤੇ ਕੇਵਲ ਵਾਸਤੇ ਆ ਰਹੇ ਹੈ। ਨਾ ਕੁਝ ਗਰੀਬ ਨੂੰ ਮਿਲਣਾ ਹੈ ਤੇ ਨਾ ਮੱਧ ਵਰਗੀ ਨੂੰ ਮਿਲਣਾ ਹੈ ਤੇ ਨਾ ਸੂਬੇ ਦੇ ਜਿਹੜੇ ਔਰਤ ਨੇ ਉਹਨਾਂ ਨੂੰ ਸੰਭਾਲਿਆ ਜਾ ਸਕਣਾ ਹੈ। ਠੀਕ ਹੈ ਕਾਲੂ ਸਾਹਿਬ, ਬਲਵਿੰਦਰ ਜੀ ਨੇ ਇੱਕ ਬਹੁਤ ਵਧੀਆ ਗੱਲ ਕਹੀ ਆ ਕਿ ਲੋਕਾਂ ਨੂੰ ਲਾਲਚ ਦਿੱਤੇ ਜਾ ਰਹੇ ਆ, ਔਰ ਮੇਰੇ ਖਿਆਲ ਦੇ ਵਿੱਚ ਇਹ ਵੀ ਇੱਕ ਕੌੜੀ ਤਸਵੀਰ ਹੈਗੀ ਆ ਜਾਂ ਸੱਚਾਈ ਹੈਗੀ ਆ ਪੰਜਾਬ ਦੀ, ਕਿ ਪੰਜਾਬ ਦੇ ਲੋਕਾਂ ਨੂੰ ਮੰਗਤੇ ਜਾਂ ਘਸਿਆਰੇ ਬਣਾ ਕੇ ਬਾਅਦ ਵਿੱਚ ਲਾਲਚ ਦੇਣਾ ਉਹਨਾਂ ਦੀ ਇੱਕ ਚਾਣਕਿਆ ਨੀਤੀ ਬਣ ਗਈ ਆ। ਤੁਸੀਂ ਇਹਦੇ ਵਿੱਚ ਹੋਰ ਕੀ ਸ਼ਾਮਿਲ ਕਰਨਾ ਚਾਹੁੰਦੇ ਆ ਜੋ ਬਲਵਿੰਦਰ ਜੀ ਨੇ ਕਿਹਾ ਹੀ ਆ? ਕਾਲੂ ਸਾਹਿਬ ਜੀ ਐਡ ਕਰਨਾ ਚਾਹੁੰਦਾ ਵੀ ਬਿਲਕੁਲ ਹੋੜ ਲੱਗੀ ਹੋਈ ਹੈ ਐਲਾਨ ਕਰਨ ਦੀ। ਕੱਲ ਹੀ ਲੁਧਿਆਣੇ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਐਲਾਨ ਕੀਤੇ ਆ, ਕੱਲ ਹੀ ਲੁਧਿਆਣੇ ਦੇ ਵਿੱਚ ਚੰਨੀ ਸਾਹਿਬ ਨੇ ਐਲਾਨ ਕੀਤੇ ਆ। ਇੱਕ ਛੋਟਾ ਸੈਕਸ਼ਨ ਹੈ ਆਟੋ ਚਾਲਕਾਂ ਦਾ, ਹਾਂਜੀ, ਕੇਜਰੀਵਾਲ ਸਾਹਿਬ ਨੇ ਉਹਨਾਂ ਦੀਆਂ ਮੰਗਾਂ ਮੰਨੀਆਂ ਤੇ ਉਹਦੇ ਮਗਰ ਬੈਨਰ ਲਾਏ ਵੀ ਤੁਸੀਂ ਪ੍ਰਚਾਰ ਕਰੋ। ਉਹਦੇ 1 ਘੰਟੇ ਬਾਅਦ ਹੀ ਚੰਨੀ ਸਾਹਿਬ ਐਲਾਨ ਕਰਦੇ ਆ ਤੇ ਜਿੰਨੇ ਆਟੋ ਚਾਲਕਾਂ ਦੇ ਚਲਾਨ ਹੋਏ ਮੈਂ ਮਾਫ ਕਰਦਾ। ਕੀ ਉਹ ਚਲਾਨ ਪਹਿਲਾਂ ਜਾਣਬੁੱਝ ਕੇ ਕੀਤੇ ਗਏ ਸੀ ਜਾਂ ਬਿਨਾਂ ਗਲਤੀ ਤੋਂ ਕੀਤੇ ਗਏ ਸੀ? ਜੇ ਗਲਤੀ ਕਰਕੇ ਕੀਤੇ ਸੀ ਮਾਫ ਕਰਨ ਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਸਿਸਟਮ 'ਚ ਅਨੁਸ਼ਾਸਨਹੀਨਤਾ ਲਿਆਉਣੀ, ਨਿੱਕੇ ਨਿੱਕੇ ਲਾਲਚ ਦੇ ਕੇ ਆਪਣੇ ਨਾਲ ਵੋਟਾਂ ਨੂੰ ਭਰਮਾਉਣਾ, ਲੇਕਿਨ ਜਿਹੜਾ ਅਸੂਲ ਪ੍ਰਸਤੀ ਆ ਜਾਂ ਇੱਕ ਡਿਸਿਪਲਿਨ ਆ, ਇੱਕ ਦੇਸ਼ ਦਾ ਕਾਨੂੰਨ ਆ, ਉਹਦਾ ਕੋਈ ਖਿਆਲ ਨਹੀਂ ਰੱਖਣਾ। ਇਹੋ ਜਿਹੇ ਜਿਹੜੇ ਐਲਾਨ ਕਰਨੇ ਆ ਬਿਲਕੁਲ ਦੇਸ਼ ਦੇ ਹਿੱਤ 'ਚ ਨਹੀਂ ਹੈਗੇ, ਪੰਜਾਬ ਦੇ ਹਿੱਤ 'ਚ ਨਹੀਂ ਹੈ, ਪੰਜਾਬ ਦੇ ਲੋਕਾਂ ਦੇ ਹਿੱਤ 'ਚ ਨਹੀਂ ਹੈ। ਲੋਕਾਂ ਨੂੰ ਮੁਫਤਖੋਰੇ ਬਣਾ ਕੇ ਛੱਡਿਆ ਜਾ ਰਿਹਾ, ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਸਿਹਤ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ, ਐਜੂਕੇਸ਼ਨ ਨਹੀਂ ਦਿੱਤੀ ਜਾ ਰਹੀ। ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਜਿਹਦੇ ਵੱਲ ਸਰਕਾਰਾਂ ਕੋਈ ਪੋਲੀਟੀਕਲ ਪਾਰਟੀਆਂ ਨਹੀਂ ਦੇ ਰਹੀਆਂ। ਐਲਾਨਾਂ ਦੀ ਹੋੜ ਲੱਗੀ ਹੋਈ ਆ ਕਿ ਐਲਾਨ ਕਰੀ ਜਾਓ ਤੇ ਲੋਕਾਂ ਨੂੰ ਭਰਮਾਈ ਜਾਓ। ਕੀ ਆਟੋ ਚਾਲਕਾਂ ਦੇ ਚਲਾਨ ਜਿਹੜੇ ਕੀਤੇ ਗਏ ਆ ਉਹ ਕਿ ਪੁਲਿਸ ਨੇ ਗੈਰ ਕਾਨੂੰਨੀ ਕੀਤੇ ਸੀ? ਜੇ ਗੈਰ ਕਾਨੂੰਨੀ ਕੀਤੇ ਫਿਰ ਤਾਂ ਮਾਫ ਕਰੋ, ਫਿਰ ਮਾਫ ਕਿਉਂ ਕਰਦੇ ਹੋ? ਇਹ ਸਿਰਫ ਹਰ ਗੱਲ ਨੂੰ ਵੇਖਿਆ ਵੀ ਲੋਕਾਂ ਨੂੰ ਮੁਫਤਖੋਰੇ ਬਣਾਉਣਾ, ਮੁਫਤਖੋਰੇ ਬਣਾ ਕੇ ਉਹਨਾਂ ਨੂੰ ਚਾਰਟ ਤੇ ਲਾਉਣਾ। ਉਹਦੇ 'ਚ ਸਾਰੇ ਚੱਟੇ ਵੱਟੇ ਇਕੱਠੇ ਹੋ ਗਿਆ, ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕੋ ਜਿਹੀਆਂ ਵਾ, ਇਸ ਹਮਾਮ ਤੇ ਸਾਰੇ ਲੰਘੇ ਆ। ਲੋਕਾਂ ਦੀ ਗੁਲਾਮ ਮਾਨਸਿਕਤਾ, ਮੰਗਵੀ ਮਾਨਸਿਕਤਾ ਨੂੰ ਪੱਠੇ ਪਾ ਰਹੇ ਆ, ਜਿਹੜਾ ਆਉਣ ਵਾਲੇ ਸਮੇਂ ਲਈ ਭਵਿੱਖ ਵਾਸਤੇ ਘਾਤਕ ਹੈ। ਬਲਵਿੰਦਰ ਜੀ, ਦੇਖਦੇ ਆ ਕਿ ਪੰਜਾਬ ਦੇ ਵਿੱਚ ਦੋ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਅਕਾਲੀ ਦਲ ਤੇ ਕਾਂਗਰਸ, ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਸਤਕ ਦਿੱਤੀ ਔਰ ਲੋਕਾਂ ਨੂੰ ਇੱਕ ਬੜੀਆਂ ਉਮੀਦਾਂ ਦੀਆਂ ਸਿਖਰਾਂ ਤੇ ਲੈ ਕੇ, ਪਰ ਫਿਰ ਉਹਨਾਂ ਦੇ ਵਾਅਦੇ ਪੂਰੇ ਨਹੀਂ ਹੋ ਸਕੇ। ਤੇ ਇਸ ਵੇਲੇ ਲੋਕ ਅਧਿਕਾਰ ਦਾ ਕਿਹੋ ਜਿਹਾ ਪ੍ਰਭਾਵ ਬਣਿਆ ਹੈ, ਜਾਂ ਪੰਜਾਬ ਦੇ ਕਿਹੜੇ ਹਿੱਸਿਆਂ ਵਿੱਚ ਤੁਹਾਡੀ ਜ਼ਿਆਦਾ ਸਰਗਰਮੀ ਹੈ ਤੇ ਲੋਕਾਂ ਵੱਲੋਂ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਨਹੀਂ ਕਰਨਗੇ, ਅਧਿਆਪਕਾਂ ਨੂੰ ਸੜਕਾਂ ਦੇ ਉੱਤੇ ਨਹੀਂ ਆਉਣਾ ਪਵੇਗਾ, ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਵਾਸਤੇ ਰੋਜ਼ ਧਰਨੇ ਨਹੀਂ ਦੇਣੇ ਪੈਣਗੇ, ਸਾਡੀਆਂ ਜਿੰਨੀਆਂ ਵੀ ਉਹ ਨੰਨੀ ਸ਼ਾਮ ਵਰਗੀਆਂ ਜਿਹੜੀਆਂ ਔਰਤਾਂ ਭੈਣਾਂ ਕੰਮ ਕਰਦੀਆਂ ਨੇ ਉਹਨਾਂ ਦੀਆਂ ਤਨਖਾਹਾਂ ਨਹੀਂ ਰੋਕੀਆਂ ਜਾਣਗੀਆਂ। ਤੇ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲਦਾ ਇਸ ਵੇਲੇ ਪੰਜਾਬ ਦੇ ਬਾਕੀ ਹੋਰ ਹਿੱਸਿਆਂ ਦੇ ਵਿੱਚੋਂ? ਬਲਵਿੰਦਰ ਜੀ। ਜੀ
ਦੇਖੋ ਸਵਾਲ ਇਹ ਹੈ ਜੀ, ਸਭ ਤੋਂ ਪਹਿਲਾਂ ਏਜੰਡਾ ਤੈਅ ਹੋਣਾ ਚਾਹੀਦਾ ਔਰ ਕਰਨ ਦੀ ਲੋੜ ਹੈ ਕਿ 2022 ਦੀਆਂ ਚੋਣਾਂ ਕਿਸ ਏਜੰਡੇ ਦੇ ਉੱਤੇ ਲੜੀਆਂ ਜਾਣ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਆਪਦਾ ਏਜੰਡਾ ਤੈਅ ਕਰ ਦਿੱਤਾ ਹੈ। ਇੱਕ ਨੇ ਕਹਿ ਦਿੱਤਾ ਹੈ ਕਿ ਅਸੀਂ ਸਿੱਖ ਮੁੱਖ ਮੰਤਰੀ ਦਿਆਂਗੇ, ਇੱਕ ਨੇ ਕਹਿ ਦਿੱਤਾ ਹੈ ਕਿ ਅਸੀਂ ਐਸਸੀ ਭਾਈਚਾਰੇ ਚੋਂ ਮੁੱਖ ਮੰਤਰੀ ਦਿਆਂਗੇ, ਇੱਕ ਨੇ ਕਹਿ ਦਿੱਤੀ ਇੱਕ ਹਿੰਦੂ ਤੇ ਇੱਕ ਮਤਲਬ ਦਲਿਤ ਭਾਈਚਾਰੇ ਦੇ ਵਿੱਚੋਂ ਉਪ ਮੁੱਖ ਮੰਤਰੀ ਬਣਾਵਾਂਗੇ। ਦੂਜੀ ਗੱਲ, ਕਿਸੇ ਨੇ 400 ਯੂਨਿਟ ਮਾਫ ਕੀਤੀ ਹੈ, ਕਿਸੇ ਨੇ 300 ਕੀਤੀ ਹੈ, ਕਿਸੇ ਨੇ 1000 ਦੇਣ ਨੂੰ ਕਿਹਾ, ਕਿਸੇ ਨੇ 2000 ਦੇਣ ਨੂੰ ਕਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ 2017 ਦੇ ਵਿੱਚ ਟੋਟਲ GDP ਦਾ ਜਿੰਨਾ ਕਰਜ਼ਾ ਚੁੱਕਿਆ ਜਾ ਸਕਦਾ ਸੀ ਉਹ ਸੁਖਬੀਰ ਸਿੰਘ ਬਾਦਲ ਨੇ ਚੁੱਕ ਲਿਆ। ਔਰ ਮਹਿਜ 250 ਰੁਪਏ ਤੋਂ 500 ਰੁਪਇਆ ਕੀਤੀ ਗਈ ਪੈਨਸ਼ਨ ਸਤੰਬਰ 2016 ਤੋਂ ਲੈ ਕੇ ਮਾਰਚ 2017 ਤੱਕ ਸਰਕਾਰ ਦੇ ਨਹੀਂ ਸੀ ਸਕੀ। 6 ਮਹੀਨੇ ਪੈਨਸ਼ਨ ਨਹੀਂ ਦਿੱਤੀ ਗਈ, ਕੇਵਲ 500 ਰੁਪਇਆ 22 ਲੱਖ ਲੋਕਾਂ ਨੂੰ ਦੇਣਾ ਸੀ। ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਟੋਟਲ GDP ਦਾ ਕਰੋਨਾ ਕਾਲ ਦੇ ਵਿੱਚ 5 ਗੁਣਾ ਕਰਜ਼ਾ ਚੱਕਣ ਦੀ ਆਗਿਆ ਦੇਤੀ, ਜਿਹਦੇ ਕਰਕੇ ਸਾਡਾ ਸੂਬਾ ਚੱਲ ਰਿਹਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਇਸ 30,000 ਕਰੋੜ ਰੁਪਇਆ ਜਿਹੜਾ ਸੀਗਾ ਕਾਲੂ ਜੀ, ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਕਰਕੇ ਸਾਨੂੰ ਇੱਕ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ। ਕਾਲੂ ਸਾਹਿਬ, ਤੁਸੀਂ ਉਹਨਾਂ ਦੀ ਗੱਲ ਨੂੰ ਤੁਸੀਂ ਜਿਹੜੀ ਪੈਨਸ਼ਨ ਕਰੋੜ ਰੁਪਇਆ ਜਿਹੜਾ ਸੀਗਾ ਸਾਲ ਉਹ ਕਰਜ਼ਾ ਔਰ ਉਹਦਾ ਵਿਆਜ ਸੀ। ਸਰਕਾਰ ਨੇ 38,138 ਕਰੋੜ ਰੁਪਇਆ ਜਿਹੜਾ ਹੈਗਾ ਹੋਰ ਚੁੱਕਿਆ, ਤਾਂ ਇਹ ਜਿਹੜਾ ਸਾਲ ਹੈਗਾ ਇਹ ਪੂਰਾ ਹੋ ਰਿਹਾ ਹੈ। ਅਦਰਵਾਈਜ਼ ਇਹ ਸਾਲ ਪੂਰਾ ਨਹੀਂ ਸੀ ਹੋ ਸਕਦਾ। ਸੋ ਸਭ ਤੋਂ ਪਹਿਲਾਂ ਏਜੰਡਾ ਤੈਅ ਕਰਨ ਦੀ ਜ਼ਰੂਰਤ ਹੈ। ਪੰਜਾਬ ਦਾ ਕਰਜ਼ਾ ਕਿਵੇਂ ਲੱਥੇਗਾ? ਕਾਂਗਰਸ ਸਰਕਾਰ ਤਕਰੀਬਨ 90,000 ਕਰੋੜ ਰੁਪਇਆ ਹੋਰ ਚੜਾ ਕੇ ਜਾ ਰਹੀ ਹੈ। ਦੂਸਰੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਪੰਜਾਬ ਦੀ ਖੇਤੀ ਨੀਤੀ ਕੀ ਹੋਏਗੀ। ਖੇਤੀ ਆਧਾਰਿਤ ਸੂਬੇ ਦੀ ਕੋਈ ਖੇਤੀ ਨੀਤੀ ਨਹੀਂ। ਖੇਤੀ ਆਧਾਰਿਤ ਸਨਅਤਾਂ ਪੰਜਾਬ ਚ ਲਾਉਣ ਦੀ ਲੋੜ ਹੈ। ਸਹਿਕਾਰੀ ਖੇਤੀ ਕਰਨ ਦੀ ਜ਼ਰੂਰਤ ਹੈ। ਸਾਂਝੀ ਖੇਤੀ ਕਰਨ ਦੀ ਜ਼ਰੂਰਤ ਹੈ। ਕੋਆਪਰੇਟਿਵ ਮਾਡਲ ਜਿਹੜਾ ਹੈਗਾ ਉਹ ਸਾਨੂੰ ਕਾਰਪੋਰੇਟ ਮਾਡਲ ਦੇ ਸਾਹਮਣੇ ਖੜਾ ਕਰਨਾ ਪਏਗਾ। ਪੰਜਾਬ ਦੇ ਖੇਤੀ ਨਾਲ ਜੁੜੇ 18 ਦੇ 18 ਅਦਾਰੇ ਜਿਹੜੇ ਹੈਗੇ ਆ ਉਹ ਖੇਤੀ ਨੂੰ ਸਮਰਪਿਤ ਕਰਨੇ ਪੈਣਗੇ, ਜਿੱਤੇ ਅੱਜ ਵੱਖ-ਵੱਖ ਪਾਰਟੀਆਂ ਨੇ ਆਪਦੇ ਚੌਧਰੀ ਬਿਠਾਏ ਹੈ ਔਰ ਉਹਨਾਂ ਨੂੰ ਕੇਵਲ ਤੇ ਕੇਵਲ ਕਰਜ਼ਾ ਜਿਹੜਾ ਹੈਗਾ ਹੋਇਆ ਹੈ। ਸੋ ਇਹ ਸਾਰਾ ਕੁਝ ਜਿਹੜਾ ਕਰਨਾ ਪਏਗਾ ਔਰ ਲੋਕ ਅਧਿਕਾਰ ਲਹਿਰ ਜਿਹੜੀ ਹੈਗੀ ਹੈ ਉਹਨੂੰ ਪੰਜਾਬ ਦੇ ਵਿੱਚ ਜਿਹੜੇ ਚਿੰਤਕ ਲੋਕ ਨੇ, ਸੂਝਵਾਨ ਲੋਕ ਨੇ, ਉਹ ਹੰਗਾਰਾ ਦੇ ਰਹੇ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਿਸਾਨ ਆਗੂ ਆਪਣੀ ਜ਼ਿੰਮੇਵਾਰੀ ਸਮਝ ਕੇ ਕੋਈ ਇਸ਼ਾਰਾ ਕਰਦੇ ਹੈ, ਇਹਦੇ ਤੋਂ ਇਲਾਵਾ ਕਲਾਕਾਰ, ਬੁੱਧੀਜੀਵੀ, ਮੁਲਾਜ਼ਮ ਜਥੇਬੰਦੀਆਂ ਦੇ ਆਗੂ ਕੋਈ ਜ਼ਿੰਮੇਵਾਰੀ ਸਮਝ ਕੇ ਸਹੀ ਰਸਤਾ ਅਖਤਿਆਰ ਕਰਦੇ ਹੈ, ਤਾਂ ਲੋਕ ਅਧਿਕਾਰ ਲਹਿਰ ਉਹਨਾਂ ਸਾਰਿਆਂ ਦੇ ਪਿੱਛੇ ਲੱਗਣ ਵਾਸਤੇ ਵੀ ਤਿਆਰ ਹੈ। ਕੇਵਲ ਤੇ ਕੇਵਲ ਵੇਖਣ ਵਾਲੀ ਗੱਲ ਇਹ ਹੈ ਕਿ ਸਾਨੂੰ ਅੱਜ ਆਪਦੀ ਮਿਟ ਰਹੀ ਹੋਂਦ ਲਈ ਚਿੰਤਤ ਹੋਣਾ ਚਾਹੀਦਾ ਹੈ। ਅੱਜ ਅਹੁਦਿਆਂ ਲਈ ਨਹੀਂ ਲੜਨਾ ਚਾਹੀਦਾ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਬੱਚੇ ਸਾਨੂੰ ਸਵਾਲ ਕਰਨਗੇ ਕਿ ਜਿਸ ਵੇਲੇ ਸੂਬਾ ਉੱਜੜ ਰਿਹਾ ਸੀ ਤੁਸੀਂ ਕੀ ਕਰ ਰਹੇ ਸੀ। ਸੋ ਤੁਹਾਡੇ ਜਰੀਏ ਇਹੋ ਹੀ ਸੁਨੇਹਾ ਦੇਣਾ ਚਾਹੁੰਦੇ ਆ ਸਾਰੇ ਉਹਨਾਂ ਜਾਗਰੂਕ ਲੋਕਾਂ ਨੂੰ ਕਿ ਆਓ ਜੋ ਪੰਜਾਬ ਬਚਾਈਏ। NRI ਭਰਾਵਾਂ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਰਾਜ ਕੀ ਹੁੰਦਾ ਹੈ, ਕਿਉਂਕਿ ਤੁਸੀਂ ਵੀ ਲੋਕ ਰਾਜ ਦੇ ਵਿੱਚ ਰਹਿ ਰਹੇ ਹੋ। ਇੱਥੇ ਲੋਕ ਰਾਜ ਕੀ ਹੈ, ਉਹੋ ਜਿਹਾ ਲੋਕ ਰਾਜ ਜਿੰਨਾ ਚਿਰ ਪੰਜਾਬ 'ਚ ਨਹੀਂ ਆਉਂਦਾ, ਲੋਕ ਇਹ ਖੁਦ ਮੁਖਤਿਆਰੀ ਹਾਸਲ ਨਹੀਂ ਕਰਦੇ ਕਿ ਸਾਡਾ ਨੁਮਾਇੰਦਾ ਅਸੀਂ ਖੁਦ ਚੁਣਨਾ ਹੈ, ਖੁਦ ਉਮੀਦਵਾਰ ਖੜਾ ਕਰਨਾ ਹੈ, ਉਹਨਾਂ ਚਿਰ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਜਿਹੜਾ ਹੈਗਾ ਉਹ ਨਹੀਂ ਹੋ ਸਕਦਾ। ਸੋ ਅੱਜ ਸਾਡੇ ਪਾਣੀ ਸਿਰਾਂ ਤੋਂ ਦੀ ਲੰਘ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਆ ਥੋੜੀ ਥੋੜੀ ਆਪਦੇ ਮੋਢਿਆਂ ਤੇ ਚੱਕਣੀ ਪਏਗੀ। ਕਾਲੂ ਸਾਹਿਬ, ਕੁਝ ਗੱਲਾਂ, ਕੁਝ ਸਵਾਲ ਤੁਹਾਡੇ ਮੇਰੇ ਜ਼ਿਹਨ ਵਿੱਚ ਜਿਹੜੇ ਸੀ, ਸਾਡੇ ਕੋਲ ਸਮਾਂ ਨਹੀਂ ਹੈਗਾ ਕਿ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਤਜਰਬੇ ਤੋਂ, ਆਪਣੇ ਅਨੁਭਵ ਤੋਂ ਸਾਡੇ ਸਾਹਮਣੇ ਕਰ ਸਕੋ ਕਿ ਹੁਣ ਤੱਕ ਇਹ ਜਿਹੜੀਆਂ ਆਉਣ ਵਾਲੀਆਂ ਪੰਜਾਬ ਦੀਆਂ ਚੋਣਾਂ ਨੇ, ਕੀ ਤੁਹਾਡੇ ਖਿਆਲ ਦੇ ਵਿੱਚ ਜਿੱਦਾਂ ਤਲਵੰਡੀ ਸਾਬੋ ਦੇ ਵਿੱਚ ਲੋਕ ਨਿੱਤਰ ਕੇ ਸਾਹਮਣੇ ਆਏ ਆ, ਕੀ ਹੋਰ ਲੋਕ ਵੀ ਸੰਗਤੀ ਰੂਪ ਦੇ ਵਿੱਚ ਅੱਗੇ ਆਉਣਗੇ? ਤੁਹਾਨੂੰ ਕੀ ਆਸਾਂ ਨੇ? ਸਿਰਫ ਆਪਾਂ ਕੋਲ 2 ਮਿੰਟ ਬਾਕੀ ਨੇ। ਕਾਲੂ ਸਾਹਿਬ ਬਾਦ ਸਾਹਿਬ, ਇਹ ਲਹਿਰ ਨੇ ਸਾਰੇ ਪੰਜਾਬ 'ਚ ਜ਼ੋਰ ਫੜਿਆ ਹੋਇਆ। ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ, ਮਾਲਵੇ ਦੇ ਵਿੱਚ। ਬੇਸ਼ੱਕ ਮਾਲਵੇ 'ਚ ਮੁਹਿੰਮ ਪਹਿਲਾਂ ਸ਼ੁਰੂ ਕੀਤੀ ਗਈ ਸੀ ਬਾਈ ਬਲਵਿੰਦਰ ਸਿੰਘ ਜੀ ਤੇ ਬਾਈ ਰੁਪਿੰਦਰ ਸਿੰਘ ਜੀ ਵੱਲੋਂ,
ਲੇਕਿਨ ਪਰ ਇਹਦਾ ਅਸਰ ਹੁਣ ਇਸ ਵੇਲੇ ਮਾਝੇ ਤੇ ਦੁਆਬੇ 'ਚ ਵੀ ਚੱਲ ਰਿਹਾ ਬਹੁਤ ਜ਼ਿਆਦਾ। ਔਰ ਆਉਣ ਵਾਲੇ 10-15 ਦਿਨਾਂ ਦੇ ਵਿੱਚ ਬਹੁਤ ਲੋਕ ਇਹਦੇ ਨਾਲ ਜੁੜਨ ਵਾਲੇ ਆ, ਜਿਹੜੇ ਅੰਦਰ ਜੀ ਫੋਨ ਕਰ ਕਰਕੇ ਸਾਡੇ ਨਾਲ ਗੱਲ ਕਰ ਰਹੇ ਆ ਔਰ ਜੁੜ ਕੇ ਉਹ ਨਿਕਲਣਗੇ। ਪ੍ਰੋਸੈਸ ਠੀਕ ਹੈ। ਪੂਰਾ ਕੀਤਾ ਜਾ ਰਿਹਾ ਕਮੇਟੀਆਂ ਬਣਾਉਣ ਦਾ, ਕਮੇਟੀਆਂ ਜੋ ਗੜੀ ਚੋਣ ਦਾ, ਕਿਉਂਕਿ ਕਿਤੇ ਕੋਈ ਇੱਕ ਬੰਦਾ ਡਿਕਲੇਅਰ ਨਹੀਂ ਕਰ ਰਿਹਾ ਕੈਂਡੀਡੇਟ, ਕਮੇਟੀਆਂ ਨੇ ਕੰਮ ਕਰਨਾ, ਉਹ ਪ੍ਰੋਸੀਜਰ ਨੂੰ ਪੂਰਾ ਕਰਨਾ ਪੈਣਾ। ਔਰ ਸਾਰੇ ਠੀਕ ਹੈ। ਪੰਜਾਬ 'ਚ ਹੀ ਬੜਾ ਵਧੀਆ ਹੰਗਾਰਾ ਵਾ। ਜਿਵੇਂ ਭਾਈ ਬਲਵਿੰਦਰ ਜੀ ਨੇ ਗੱਲ ਕੀਤੀ ਹੈ ਕਿ ਜੇ ਕਿਸਾਨ ਯੂਨੀਅਨ ਆ ਥੋੜਾ ਬਹੁਤਾ ਆਪਣੀ ਜ਼ਿੰਮੇਵਾਰੀ ਸਮਝ ਲੈਣ ਤਾਂ ਆਉਣ ਵਾਲਾ ਜਿਹੜਾ 2022 ਦੀ ਇਲੈਕਸ਼ਨ ਆ ਉਹ ਲੋਕਾਂ ਦੀ ਇਲੈਕਸ਼ਨ ਹੋਏਗੀ, ਸਿਆਸੀ ਮਾਫੀਆ ਦੀ ਨਹੀਂ ਹੋਏਗੀ। ਲੋਕ ਸਿਆਸੀ ਮਾਫੀਆ ਨਾਲ ਜੁੜੇ ਸਾਰੀਆਂ ਹੀ ਮੌਜੂਦਾ ਪਾਰਟੀਆਂ ਨੂੰ ਰੱਦ ਕਰਨ ਲਈ ਤਿਆਰ ਬੈਠੇ ਨੇ ਔਰ ਮਨ ਬਣਾਈ ਬੈਠੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ। ਤੁਸੀਂ 1 ਮਿੰਟ ਦੇ ਵਿੱਚ ਆਪਣੇ ਵੱਲੋਂ ਹੋਰ ਕੀ ਸ਼ਾਮਲ ਕਰਨਾ ਚਾਹੁੰਦੇ ਆ ਅੱਜ ਦੀ ਇਸ ਗੁਫ਼ਤਗੂ ਦੇ ਵਿੱਚ, ਤਾਂ ਕਿ ਸਾਡੇ ਜਿਹੜੇ ਦੇਸ਼ ਵਿਦੇਸ਼ਾਂ ਵਿੱਚ ਸਾਡੇ ਪੰਜਾਬੀ NRI ਭਰਾ ਬੈਠੇ ਨੇ ਉਹ ਆਪਣੇ ਪਰਿਵਾਰਾਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਤੁਹਾਡੀ ਲਹਿਰ ਦੇ ਬਾਰੇ ਦੱਸਣ ਕਿ ਉਹ ਇਸ ਲਹਿਰ ਤੋਂ ਕਿਵੇਂ ਪੰਜਾਬ ਦੇ ਲੋਕਾਂ ਨੂੰ, ਆਪਣੇ ਪੰਜਾਬ ਨੂੰ ਇੱਕ ਨਿਜਾਤ ਦਵਾ ਸਕਦੇ ਆ ਮਾਫੀਆ ਸੱਭਿਆਚਾਰ ਤੋਂ। ਬਲਵਿੰਦਰ ਜੀ 1 ਮਿੰਟ ਦੇ ਵਿੱਚ ਜੀ। ਬਲਵਿੰਦਰ ਜੀ ਚਲੋ ਮੇਰੇ ਖਿਆਲ ਸਾਨੂੰ ਕੋਈ ਨੈਟਵਰਕ ਦੀ ਜਿਹੜੀ ਸਮੱਸਿਆ ਆ ਰਹੀ ਹੈ, ਤੇ ਮੈਂ ਇਸ ਤਰ੍ਹਾਂ ਕਰਦਾ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਮਹਿਮਾਨਾਂ ਤੋਂ ਖਿਮਾ ਚਾਹੁੰਦੇ ਹਾਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ। ਤੇ ਲੋਕ ਅਧਿਕਾਰ ਲਹਿਰ ਦੇ ਵਿੱਚ ਜਿਹੜੇ ਉਹਨੇ ਮੁੱਦੇ ਉਠਾਏ ਆ ਕਿ ਲੋਕਾਂ ਨੂੰ ਆਪ ਫੈਸਲਾ ਕਰਨ ਦੀ ਲੋੜ ਹੈ, ਆਪ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ, ਆਪ ਲੋਕਾਂ ਨੂੰ ਆਪਣੇ ਨੁਮਾਇੰਦੇ ਚੁਣਨੇ ਚਾਹੀਦੇ, ਕਿ ਨਾ ਕਿ ਉਹ ਨੁਮਾਇੰਦਾ ਦਿੱਲੀ ਤੋਂ ਅਨਾਉਂਸ ਹੋਵੇ ਤੇ ਨਾ ਉਹ ਬਾਦਲ ਦੀ ਕੋਠੀ ਤੋਂ ਅਨਾਉਂਸ ਹੋਵੇ, ਨਾ ਉਹ ਕੈਪਟਨ ਦੇ, ਚਲੋ ਹੁਣ ਕੈਪਟਨ ਹੁਣ ਤਾਂ ਨਹੀਂ ਰਿਹਾ, ਪਹਿਲਾਂ ਦੀ ਅਸੀਂ ਗੱਲ ਕਰਦੇ ਹਾਂ, ਨਾ ਉਹ ਸਿਸਵਾ ਫਾਰਮ ਤੋਂ ਉਹਦਾ ਨਾਮ ਅਨਾਉਂਸ ਕੀਤਾ ਜਾਵੇ। ਸੋ ਇਹੋ ਜਿਹੀ ਲੋਕਾਂ ਨੂੰ ਮੇਰੇ ਖਿਆਲ ਜਿਹੜੀ ਆਪ ਅਧਿਕਾਰ ਹੋਣਾ ਚਾਹੀਦਾ ਕਿ ਆਪਣਾ ਨੁਮਾਇੰਦਾ ਅਸੀਂ ਚੁਣ ਕੇ, ਜਿਸ ਤਰ੍ਹਾਂ ਇਹਨਾਂ ਮੁਲਕਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਆਪਾਂ ਭੇਜਦੇ ਹਾਂ, ਵਿਧਾਨ ਸਭਾ ਦੇ ਵਿੱਚ, ਲੈਜਿਸਲੇਸ਼ਨ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ, ਇਹੋ ਜਿਹਾ ਸਿਸਟਮ ਉੱਥੇ ਹੋਣਾ ਚਾਹੀਦਾ। ਇਹਨਾਂ ਸ਼ਬਦਾਂ ਦੇ ਨਾਲ ਬਲਵਿੰਦਰ ਸਿੰਘ ਜੀ, ਕਾਊਂ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਉਂਦੇ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।